ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਪਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਵਾਈਡਨ ਦੀ ਵੱਡੀ ਸੌਗਾਤ, 8 ਨਵੰਬਰ ਤੋਂ 30 ਲੱਖ ਵੀਜ਼ਾ ਧਾਰਕ ਭਾਰਤੀ ਜਾ ਸਕਣਗੇ ਅਮਰੀਕਾ। ਵਿਕਸਤ ਦੇਸ਼ਾਂ ਵਿੱਚ ਹੁਨਰਮੰਦ ਕਾਮੇ ਲਿਆਉਣ ਲਈ ਲੱਗੀ ਹੋੜ। ਰੋਮ ਸੰਮੇਲਨ ਵਿੱਚ ਵਾਈਡਨ ਸਪਲਾਈ ਲੜੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਤੇ ਕਰਨਗੇ ਵਿਚਾਰ। ਭਾਰਤੀਆਂ ਲਈ ਵੱਡੀ ਖੁਸ਼ਖਬਰੀ, UAE ਦੇਵੇਗਾ 골ਡਨ ਵੀਜ਼ਾ। ਕੈਨੇਡੀਅਨ ਯਾਤਰੀਆਂ ਕੋਲੋਂ ਅਮਰੀਕੀ ਸਰਹੱਦ ਤੇ ਹੁਣ ਨਹੀਂ ਮੰਗੀ ਜਾਵੇਗੀ ਨੈਗੇਟਿਵ ਰਿਪੋਰਟ। ਲੰਬੀਆਂ ਉਡੀਕਾਂ ਤੋਂ ਬਾਅਦ ਖੁੱਲਿਆ ਆਸਟ੍ਰੇਲੀਆ ਦਾ ਬਾਰਡਰ। ਪੰਜਾਬ ਦੇ ਲੋਕਾਂ ਲਈ ਵੱਡੀ ਸੌਗਾਤ, ਚੰਡੀਗੜ੍ਹ ਤੋਂ ਪਟਨਾ ਸਾਹਿਬ ਸਣੇ 5 ਫਲਾਈਟਸ ਸ਼ੁਰੂ। ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤੱਕ ਜਾਣ ਵਾਲੀ ਜਹਾਜ਼ ਸੇਵਾ ਬੰਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਐਤਵਾਰ ਨੂੰ ਕਿਹਾ ਹੈ ਕਿ ਅਮਰੀਕਾ ਦੀ ਯਾਤਰਾ ਦੇ ਲਈ ਵੀਜ਼ੇ ਦੀ ਮਨਜ਼ੂਰੀ ਮਿਲਣ ਵਿੱਚ ਅਜੇ ਕੁਝ ਦੇਰੀ ਲੱਗੇਗੀ। ਦੂਤਘਰ ਵੱਲੋਂ ਕਿਹਾ ਗਿਆ ਹੈ ਕਿ ਨਾਨ ਇਮੀਗ੍ਰਾਂਟ ਵੀਜ਼ਾ ਪਾਉਣ ਦੇ ਲਈ ਲੋਕਾਂ ਨੂੰ ਅਜੇ ਕੁਝ ਦਿਨ ਹੋਰ ਉਡੀਕ ਕਰਨੀ ਪਏਗੀ। ਦੂਤਘਰ ਨੇ ਕਿਹਾ ਕਿ ਨਵੀਂ ਕੌਮਾਂਤਰੀ ਏਅਰ ਟਰੈਵਲ ਪਾਲਿਸੀ ਤਹਿਤ 8 ਨਵੰਬਰ ਤੋਂ ਭਾਰਤ ਦੇ ਕਰੀਬ 30 ਲੱਖ ਵੀਜ਼ਾ ਧਾਰਕ ਅਮਰੀਕਾ ਦੀ ਯਾਤਰਾ ਕਰ ਸਕਣਗੇ। ਹਾਲਾਂਕਿ ਉਹਨਾਂ ਦੇ ਕੋਲ ਵੈਕਸੀਨੇਸ਼ਨ ਦਾ ਪ੍ਰੂਫ ਹੋਣਾ ਚਾਹੀਦਾ ਹੈ। ਅਮਰੀਕੀ ਦੂਤਘਰ ਨੇ ਕਿਹਾ ਕਿ ਯਾਤਰਾ ਸ਼ੁਰੂ ਹੋਣ ਨਾਲ ਦੋਵੇਂ ਦੇਸ਼ਾਂ ਦੇ ਮਜ਼ਬੂਤ ਅਤੇ ਉੱਭਰਦੇ ਰਿਸ਼ਤਿਆਂ ਨੂੰ ਮਦਦ ਮਿਲੇਗੀ। ਕੋਰੋਨਾ ਕਾਰਨ ਆਈ ਅੜਚਣਾਂ ਤੋਂ ਅਸੀਂ ਉੱਭਰ ਰਹੇ ਹਾਂ। ਅਜਿਹੇ ਵਿੱਚ ਆਪਣੇ ਦੂਤਘਰ ਅਤੇ ਵਣਜ ਦੂਤਘਰਾਂ ਤੋਂ ਨਾਨ ਇਮੀਗ੍ਰਾਂਟ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਕੁਝ ਅਹਿਮ ਮਨਜ਼ੂਰੀਆਂ ਮਿਲਣ ਦੀ ਉਡੀਕ ਕਰ ਰਹੇ ਨੇ। ਦੂਤਘਰ ਨੇ ਲੋਕਾਂ ਨੂੰ ਉਹਨਾਂ ਦੇ ਸੰਜਮ ਲਈ ਧੰਨਵਾਦ ਵੀ ਦਿੱਤਾ ਹੈ। ਨਾਲ ਹੀ ਕਿਹਾ ਕਿ ਅਸੀਂ ਆਪਣੀ ਸਮਰੱਥਾ ਵਧਾਉਣ ਅਤੇ ਆਪਣੇ ਵਿਨੇਕਾਰਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਬਣਾਈ ਰੱਖਣ ਦੇ ਲਈ ਲਗਾਤਾਰ ਕੰਮ ਕਰਦੇ ਹਾਂ। ਅਮਰੀਕੀ ਦੂਤਘਰ ਨੇ ਕਿਹਾ ਕਿ 8 ਨਵੰਬਰ ਤੋਂ ਅਮਰੀਕਾ ਜਾਣ ਵਾਲੇ ਵਿਦੇਸ਼ੀ ਹਵਾਈ ਯਾਤਰੀਆਂ ਦਾ ਕੋਰੋਨਾ ਦੇ ਖਿਲਾਫ ਪੂਰੀ ਤਰ੍ਹਾਂ ਵੈਕਸੀਨੇਟਡ ਹੋਣਾ ਜ਼ਰੂਰੀ ਹੈ। ਅਮਰੀਕਾ ਦੇ ਲਈ ਉਡਾਣ ਭਰਨ ਦੇ ਲਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਹੋਏਗਾ। ਵਿਕਸਿਤ ਦੇਸ਼ ਸਿੱਖਿਅਤ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਨੇ। ਕੋਰੋਨਾ ਤੇ ਕਾਬੂ ਪਾਉਣ ਮਗਰੋਂ ਇਹਨਾਂ ਮੁਲਕਾਂ ਵਿੱਚ ਹੁਨਰਮੰਦ ਕਾਮਿਆਂ ਨੂੰ ਲਿਆਉਣ ਦੀ ਹੋੜ ਲੱਗੀ ਹੋਈ ਹੈ, ਜਾਣੇ ਕਿ ਸਕਿਲਡ ਮਾਈਗ੍ਰੇਸ਼ਨ ਵਾਲੇ ਕਾਮਿਆਂ ਨੂੰ। ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ਾਂ ਵਿੱਚ ਹੁਨਰਮੰਦ ਦੀ ਭਾਲ ਹੈ। ਪਿਛਲੇ 2 ਸਾਲਾਂ ਤੋਂ ਕੋਰੋਨਾ ਮਹਾਮਾਰੀ ਕਾਰਨ ਕਾਰੋਬਾਰ ਠੱਪ ਸਨ। ਇਸ ਤੋਂ ਬਾਅਦ ਆਰਥਿਕਤਾ ਨੂੰ ਮੁੜ ਪੈਰ ਸਿਰ ਕਰਨ ਦੇ ਲਈ ਸਾਲਾਨਾ ਆਵਾਸ ਵੀਜ਼ਿਆਂ ਤੇ ਰੋਕ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਆਵਾਸ ਨਾਲ ਸੰਬੰਧਿਤ ਵੈਬਸਾਈਟਾਂ ਨੂੰ ਅਪਡੇਟ ਕੀਤਾ ਜਾ ਰਿਹਾ। ਆਸਟ੍ਰੇਲੀਆ ਵਿੱਚ 1,75,000, ਨਿਊਜ਼ੀਲੈਂਡ ਵਿੱਚ 70,000, ਇਟਲੀ ਵਿੱਚ 2,85,500, ਕੈਨੇਡਾ ਵਿੱਚ 3,21,045, UK ਵਿੱਚ 4,86,452, ਸਪੇਨ ਵਿੱਚ 5,60,000 ਤੇ ਅਮਰੀਕਾ ਵਿੱਚ 11 ਲੱਖ, ਜਰਮਨੀ ਵਿੱਚ 14 ਲੱਖ ਵੀਜ਼ੇ ਦੇਣ ਦਾ ਸਾਲਾਨਾ ਪ੍ਰੋਗਰਾਮ ਹੈ। NSW ਦੇ ਪ੍ਰੀਮੀਅਰ ਡੋਮਿਨਿਕ ਪੋਰਟਰੇਟ ਨੇ ਪ੍ਰਵਾਸੀਆਂ ਦੇ ਵੱਡੇ ਦਾਖਲੇ ਦਾ ਸਮਰਥਨ ਕੀਤਾ ਹੈ। ਉਹਨਾਂ ਆਉਂਦੇ 5 ਸਾਲਾਂ ਵਿੱਚ 20 ਲੱਖ ਪ੍ਰਵਾਸੀਆਂ ਦੀ ਗਿਣਤੀ ਵਧਾਉਣ ਨੂੰ ਹਰੀ ਝੰਡੀ ਦਿੱਤੀ ਹੈ। ਉਹਨਾਂ ਨੇ ਆਵਾਸ ਨੂੰ ਸਰਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਆਸਟ੍ਰੇਲੀਆ ਨੇ ਜਨਰਲ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਲਗਭਗ 474 ਹੁਨਰਮੰਦ ਕਾਮਿਆਂ ਦੀ ਸੂਚੀ ਸੋਧੀ ਹੈ। ਵਧੇਰੇ ਤਰਜੀਹੀ ਵਾਲੇ 44 ਹੁਨਰਮੰਦ ਕਿੱਤਿਆਂ ਦੀ ਸੂਚੀ ਵੱਖਰੀ ਜਾਰੀ ਕੀਤੀ ਗਈ ਹੈ। ਇਹਨਾਂ ਵਿੱਚ ਵੱਖ-ਵੱਖ ਇੰਜੀਨੀਅਰ, ਮੈਡੀਕਲ ਪ੍ਰਯੋਗਸ਼ਾਲਾ ਦੇ ਵਿਗਿਆਨੀ, ਨਰਸਾਂ, ਫਾਰਮਾਸਿਸਟ, ਪ੍ਰੋਗਰਾਮ ਡਿਵੈਲਪਰ ਅਤੇ ਹੋਰ ਟ੍ਰੇਡ ਕਿੱਤਾਕਾਰ ਹਨ। ਇਹਨਾਂ ਲਈ ਪੁਆਇੰਟ ਸਿਸਟਮ ਤਹਿਤ ਉਮਰ, ਯੋਗਤਾ, ਤਜਰਬਾ ਤੇ ਆਈਲੈਟਸ ਦੇ ਅੰਕ ਹਨ। ਕਈ ਸਿੱਧੇ PR ਆ ਸਕਦੇ ਨੇ। ਆਸਟ੍ਰੇਲੀਆ ਨੇ ਇਹ ਸੂਚੀ ਰਾਸ਼ਟਰੀ ਹੁਨਰ ਕਮਿਸ਼ਨ ਦੀ ਸਲਾਹ ਅਤੇ ਰਾਸ਼ਟਰਮੰਡਲ ਦੇ ਵਿਭਾਗਾਂ ਨਾਲ ਸਲਾਹ ਮਸ਼ਵਰੇ ਵਗੈਰਾ ਬਣਾਈ ਹੈ। ਆਸਟ੍ਰੇਲੀਆ ਨੇ ਪਿਛਲੇ 2 ਸਾਲਾਂ ਦੇ ਬੈਕਲੌਗ ਤੇ ਚਾਲੂ ਸਾਲ ਨੂੰ ਲਗਾ ਕੇ ਲਗਭਗ 6 ਲੱਖ ਵੀਜ਼ੇ ਦੇਣੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਦੇ ਸੰਮੇਲਨ ਗਲੋਬਲ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੀ ਸਪਲਾਈ ਲੜੀ ਦੀਆਂ ਰੁਕਾਵਟਾਂ ਨਾਲ ਨਜਿੱਠਣ ਨੂੰ ਲੈ ਕੇ ਐਤਵਾਰ ਨੂੰ ਸਲਾਹ ਮਸ਼ਵਰਾ ਕੀਤਾ, ਕਿਉਂਕਿ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਗਲੋਬਲ ਅਰਥ ਵਿਵਸਥਾ ਹੁਣ ਪਟੜੀ ਤੇ ਪਰਤ ਰਹੀ ਹੈ। ਕੋਵਿਡ-19 ਨਾਲ ਹੋਏ ਨੁਕਸਾਨ ਨਾਲ ਨਜਿੱਠਣ ਲਈ ਸੰਯੁਕਤ ਰੂਪ ਨਾਲ 15,000 ਅਰਬ ਅਮਰੀਕੀ ਡਾਲਰ ਖਰਚ ਕਰਨ ਦੇ ਬਾਵਜੂਦ ਦੁਨੀਆ ਦੀਆਂ
ਕਈ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵੱਡੇ ਪੱਧਰ ਤੇ ਕਮੀਆਂ ਨਾਲ ਜੂਝ ਰਹੀਆਂ ਨੇ ਕਿਉਂਕਿ ਜਹਾਜ਼ ਡਾਕ ਤੱਕ ਪਹੁੰਚਣ ਦੀ ਉਡੀਕ ਕਰ ਰਹੇ ਨੇ। ਸ਼ਿਪਿੰਗ ਕੰਟੇਨਰਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ, ਬੰਦਰਗਾਹਾਂ ਤੋਂ ਮਾਲ ਢੋਹਣ ਲਈ ਭਰਪੂਰ ਟਰੱਕ ਮੌਜੂਦ ਨਹੀਂ ਹੈ ਅਤੇ ਵਾਇਰਸ ਦੇ ਕਹਿਰ ਤੋਂ ਕਾਰਖਾਨਿਆਂ 'ਚ ਉਤਪਾਦਨ ਰੁਕ ਜਾਂਦਾ ਹੈ। ਸਪਲਾਈ ਲੜੀ ਦੇ ਮੁੱਦੇ ਵਾਈਡਨ ਲਈ ਆਰਥਿਕ ਅਤੇ ਰਾਜਨੀਤਿਕ ਪਰੇਸ਼ਾਨੀ ਦੇ ਰੂਪ ਵਿੱਚ ਉੱਭਰਦੇ ਨੇ ਕਿਉਂਕਿ ਦੇਰੀ ਕਾਰਨ ਮਹਿੰਗਾਈ ਵਧੀ ਹੈ ਅਤੇ ਸੰਭਾਵਿਤ ਰੂਪ ਨਾਲ ਛੁੱਟੀਆਂ ਦੀ ਖਰੀਦਦਾਰੀ 'ਚ ਵੀ ਰੁਕਾਵਟ ਪਾ ਦਿੱਤੀ ਹੈ। ਰਿਪਬਲਿਕਨ ਸੰਸਦ ਮੈਂਬਰਾਂ ਨੇ ਵਾਈਡਨ ਦੀ ਆਰਥਿਕ ਅਗਵਾਈ ਦੀ ਆਲੋਚਨਾ 'ਚ ਮਹਿੰਗਾਈ ਅਤੇ ਸਪਲਾਈ ਲੜੀ ਚੁਣੌਤੀਆਂ ਦੇ ਖਤਰੇ ਦਾ ਹਵਾਲਾ ਦਿੱਤਾ ਹੈ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਵਿਰੁੱਧ ਜੰਗ ਲੜ ਰਹੇ ਫਰੰਟਲਾਈਨ ਵਰਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ 골ਡਨ ਵੀਜ਼ਾ ਦਾ ਤੋਹਫਾ ਦੇਗੀ। UAE ਦੀ ਸਰਕਾਰ ਨੇ ਕਿਹਾ ਕਿ ਉਹ ਕੋਰੋਨਾ ਵਿਰੁੱਧ ਜੰਗ ਵਿੱਚ ਫਰੰਟਲਾਈਨ ਨਾਇਕਾਂ ਦੇ ਯਤਨਾਂ ਦੀ ਸ਼ਲਾਘਾ ਕਰਦੀ ਹੈ। UAE ਸਰਕਾਰ ਦੇ ਇਸ ਫੈਸਲੇ ਨਾਲ ਹਜ਼ਾਰਾਂ ਭਾਰਤੀ ਨਰਸਾਂ, ਡਾਕਟਰਾਂ ਅਤੇ ਹੋਰ ਪੈਰਾਮੈਡੀਕਲ ਸਟਾਫ ਨੂੰ ਲਾਭ ਮਿਲਣ ਦੀ ਉਮੀਦ ਹੈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ UAE ਸਰਕਾਰ ਵੱਲੋਂ ਜਾਰੀ ਤਾਜ਼ਾ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗਵਾਈ ਜਾਂ ਜਾਨਲੇਵਾ ਵਾਇਰਸ ਤੋਂ ਦੇਸ਼ ਨੂੰ ਬਚਾਉਣ ਵਿੱਚ ਮਦਦ ਕੀਤੀ ਉਹਨਾਂ ਨੂੰ 골ਡਨ ਵੀਜ਼ਾ ਲਈ ਯੋਗ ਮੰਨਿਆ ਜਾਏਗਾ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲਾਇਸੈਂਸ ਸ਼ੁਦਾ ਡਾਕਟਰ ਜੁਲਾਈ 2021 ਤੋਂ ਸਤੰਬਰ 2022 ਤੱਕ ਅਧਿਕਾਰਤ ਵੈਬਸਾਈਟ smartservices.ica.gov.ae ਤੇ ਅਪਲਾਈ ਕਰ ਸਕਦੇ ਨੇ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਡਾਕਟਰ ਦੁਬਈ ਵਿੱਚ ਸੇਵਾ ਦਿੰਦੇ ਹਨ ਉਹ ਇਸ ਸਹੂਲਤ ਦਾ ਲਾਭ ਲੈਣ ਲਈ smart.gdrfad.gov.ae ਤੇ ਜਾ ਸਕਦੇ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਦੇ ਵੀਜ਼ਿਆਂ ਨਾਲ ਨਜਿੱਠਣ ਵਾਲੇ ਸੰਬੰਧਤ ਵਿਭਾਗ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਅਰਜ਼ੀ ਦੀ ਪੜਤਾਲ ਕਰਨਗੇ। ਖਲੀਜ ਟਾਈਮਜ਼ ਨੇ ਕਿਹਾ ਕਿ ਇਹ ਮਾਨਵਤਾਵਾਦੀ ਕਦਮ ਫਰੰਟ ਲਾਈਨ ਵਰਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਥਿਰਤਾ ਲਿਆਏਗਾ। ਗੌਰਤਲਬ ਹੈ ਕਿ UAE ਨੇ ਪਹਿਲਾਂ 골ਡਨ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਵਿਦੇਸ਼ੀ ਨਾਗਰਿਕ ਬਿਨਾਂ ਕਿਸੇ ਕੰਪਨੀ ਦੀ ਸਪਾਂਸਰਸ਼ਿਪ ਦੇ ਇੱਥੇ ਆ ਸਕਣ ਅਤੇ 25 ਸਾਲ ਤੱਕ ਦੇ ਬੱਚੇ ਇੱਥੇ ਰਹਿ ਸਕਣ ਅਤੇ ਕੰਮ ਕਰ ਸਕਣ। UAE ਨੇ ਆਪਣੀਆਂ ਨੀਤੀਆਂ ਵਿੱਚ ਵੱਡੀ ਤਬਦੀਲੀ ਕੀਤੀ ਹੈ। ਇਸ ਤੋਂ ਪਹਿਲਾਂ ਕੁਝ ਹੀ ਲੋਕਾਂ ਨੂੰ ਹੀ ਲੰਬੇ ਸਮੇਂ ਤੱਕ ਠਹਿਰਨ ਲਈ ਵੀਜ਼ਾ ਜਾਰੀ ਕੀਤਾ ਜਾਂਦਾ ਸੀ। ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੇ UAE ਵਿੱਚ ਵੱਡੇ ਪੱਧਰ ਤੇ ਨਿਵੇਸ਼ ਕੀਤਾ ਹੁੰਦਾ ਸੀ। ਹੁਣ 골ਡਨ ਵੀਜ਼ਾ ਦੇ ਨਾਲ ਨਿਵੇਸ਼ਕਾਂ ਅਤੇ ਉੱਚ ਸਿਖਲਾਈ ਪ੍ਰਾਪਤ ਕਾਮਿਆਂ ਲਈ ਰਾਹ ਬਹੁਤ ਸੌਖਾ ਹੋ ਗਿਆ ਹੈ। ਗੈਰ ਜ਼ਰੂਰੀ ਯਾਤਰਾ ਲਈ ਕੈਨੇਡਾ ਅਮਰੀਕਾ ਸਰਹੱਦ 8 ਨਵੰਬਰ ਨੂੰ ਖੁੱਲਣ ਜਾ ਰਹੀ ਹੈ। ਇਸ ਦੌਰਾਨ ਜ਼ਮੀਨੀ ਰਸਤੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਉਹਨਾਂ ਕੈਨੇਡੀਅਨ ਯਾਤਰੀਆਂ ਨੂੰ ਬਾਰਡਰ ਤੇ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ਦੀ ਲੋੜ ਨਹੀਂ ਪੈਗੀ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹੋਏ ਨੇ। ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਰੀਕੀ ਸਿਆਸਤਦਾਨ ਬ੍ਰਾਇਨ ਮਾਈਕਲ ਹਿੰਗਸ ਨੇ ਕਿਹਾ ਕਿ US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਉਹਨਾਂ ਦੇ ਦਫ਼ਤਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਫੁੱਲੀ ਵੈਕਸੀਨੇਟਿਡ ਕੈਨੇਡੀਅਨ ਯਾਤਰੀਆਂ ਨੂੰ ਹੁਣ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ਦੀ ਲੋੜ ਨਹੀਂ ਪੈਗੀ। ਨਿਊਯਾਰਕ ਦੇ ਡੈਮੋਕ੍ਰੇਟ ਬ੍ਰਾਇਨ ਜੋ ਕਿ US ਨਾਰਦਰਨ ਬਾਰਡਰ ਕਾਕਸ ਦੇ ਕੋ-ਚੇਅਰ ਵੀ ਨੇ ਉਹਨਾਂ ਨੇ ਦਫ਼ਤਰ ਦੇ ਦੱਸਿਆ ਕਿ ਉਹਨਾਂ ਦੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨਾਲ ਸਿੱਧੀ ਗੱਲਬਾਤ ਹੋਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਜ਼ਮੀਨੀ ਰਸਤੇ ਅਮਰੀਕਾ ਆਉਣ ਵਾਲੇ ਕੈਨੇਡੀਅਨ ਯਾਤਰੀਆਂ ਨੂੰ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦੀ ਲੋੜ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਉਹਨਾਂ ਨੂੰ ਕੋਰੋਨਾ ਦੇ ਦੋਵੇਂ ਟੀਕੇ ਲੱਗੇ ਹੋਣੇ ਚਾਹੀਦੇ ਨੇ। ਮਾਰਚ 2020 ਤੋਂ ਬੰਦ ਆਸਟ੍ਰੇਲੀਆ ਦਾ ਬਾਰਡਰ ਆਖਿਰ ਖੁੱਲ ਗਿਆ। ਲੰਬੇ ਸਮੇਂ ਤੋਂ ਵਿਦੇਸ਼ਾਂ ਵਿੱਚ ਫਸੇ ਆਸਟ੍ਰੇਲੀਆਈ ਵਾਸੀ ਆਪਣੇ ਪਰਿਵਾਰ ਵਿੱਚ ਹੁਣ ਆ ਸਕਣਗੇ। ਇਸ ਤੋਂ ਇਲਾਵਾ ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘਟ ਰਹੇ ਨੇ ਕਿਉਂਕਿ ਦੁਨੀਆ ਨਾਲ ਰਾਜ ਦੀ ਸਰਹੱਦ ਮੁੜ ਖੁੱਲ ਗਈ ਹੈ। ਸੋਮਵਾਰ ਨੂੰ ਹੋਰ 135 ਮਾਮਲੇ ਅਤੇ 4 ਮੌਤਾਂ ਦਰਜ ਕੀਤੀਆਂ ਗਈਆਂ। ਵਰਤਮਾਨ ਵਿੱਚ ਕੋਵਿਡ ਵਾਲੇ 349 ਲੋਕ ਹਸਪਤਾਲ ਵਿੱਚ ਇਲਾਜ ਅਧੀਨ ਹਨ। 77 ਗੰਭੀਰ ਦੇਖਭਾਲ ਵਿੱਚ ਹਨ ਜਿਨ੍ਹਾਂ ਵਿੱਚੋਂ 4 ਨੂੰ ਵੈਂਟੀਲੇਟਰ ਦੀ ਲੋੜ ਹੈ। ਰਾਜ ਭਰ ਵਿੱਚ ਰਾਜ ਦੀ 16 ਸਾਲ ਤੋਂ ਵੱਧ ਉਮਰ ਦੀ 87.7% ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ। 93.6% ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ। ਸੋਮਵਾਰ ਦੀ ਸਵੇਰ ਨੂੰ ਅੰਤਰਰਾਸ਼ਟਰੀ ਸਰਹੱਦਾਂ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਨਿਊ ਸਾਊਥ ਵੇਲਜ਼ ਵਿੱਚ ਅਧਿਕਾਰਤ ਤੌਰ ਤੇ ਖੋਲੀਆਂ ਗਈਆਂ ਜਿਸ ਨਾਲ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਆਸਟ੍ਰੇਲੀਅਨਾਂ ਨੂੰ ਹੋਟਲ ਜਾਂ ਘਰੇਲੂ ਕੁਆਰੰਟਾਈਨ ਤੋਂ ਬਿਨਾਂ ਘਰ ਪਰਤਣ ਦੀ ਆਗਿਆ ਦਿੱਤੀ ਗਈ।
कोरोना के कारण कई रूटां ते बंद कीतियां गईयां फ्लाइटां एक बार फिर उड़ान भरन लई तैयार हैं। चंडीगढ़ वासियों लई एक बहुत वड्डा तोहफा है। चंडीगढ़ तो 5 होर उड़ाणां शुरू होण जा रहीआं ने। खास गल यह है कि चंडीगढ़ के लोग हुण रात नूं भी बंबई जा सकणगे। इस समय चंडीगढ़ तो लगभग 35 उड़ाणां चल रहीआं ने। सर्दियां दे शेड्यूल विच 5 नवीआं उड़ाणां शामिल होण जा रहीआं ने। इन्हां विच पटना साहिब, जम्मू, पुणे लई नवीआं उड़ाणां शामिल हन, पर जम्मू की उड़ान का शेड्यूल अजे जारी नहीं किया गया। सर्दियों में दिल्ली, गोवा और बंबई ਲਈ उड़ाणों की गिनती ਵਧੇਗੀ। ਇਹ जानकारी अंतरराष्ट्रीय हवाई अड्डे के सीईओ अजय कुमार ने दी है। उन्होंने दस्सिया कि एयर इंडिया ने अजे तक उड़ाणों का शेड्यूल जारी नहीं किया। नवंबर तो ट्राई सिटी ते लोग चंडीगढ़ तो बंबई और रात को बंबई तो चंडीगढ़ का सफर कर सकणगे। इंडिगो की फ्लाइट अज तो चंडीगढ़ तो बंबई पहुंचेगी। एयर इंडिया की अमृतसर तो नांदेड़ साहिब तक जाने वाली जहाज सेवा बंद कर दी गई है। 30 अक्तूबर को गुरु रामदास कौमांतरी हवाई अड्डे तो आखिरी उड़ान रवाना हुई। अमृतसर तो नांदेड़ साहिब ਲਈ सिर्फ ਇੱਕੋ उड़ान जाती हुंदी सी। पिछले हफ्ते अचानक एयर इंडिया ने इन्हां स्थानां ਲਈ बुकिंग लैनी बंद कर दी सी। इस गल दा अमृतसर विकास मंच ने विरोध किया है। उत्थे श्रोमणी गुरुद्वारा प्रबंधक कमेटी की प्रधान बीबी जगीर कौर ने प्रधानमंत्री नूं अपील की है कि इस सेवा नूं बंद ना किया जाए। दोवें शहरां दी एयर कनैक्टिविटी इसलिए जरूरी है क्योंकि यह धार्मिक शहर है। बेशक ये सेवा बंद कर दी गई है, पर एयर इंडिया की इंटरनेट मीडिया टीम हाले भी लोगों को इस सेवा का फायदा लैण लई प्रेरित कर रही है। इंटरनेट मीडिया ते इसका विरोध हो रहा। लोग ट्रोल कर रहे हैं कि जहाज सेवा तो बंद कर दी है कि उस सुपने दे के जहाज विच उड़ा सकणगे। दरअसल भारत सरकार वालों एयर इंडिया नूं टाटा सन्स लिमिटेड के हवाले किया जा चुका है। हालांकि संभावना है कि टाटा इस उड़ान नूं रीशेड्यूल करके चला सकती है। अमृतसर तो मंगलवार, वीरवार ते शनिचरवार नूं नांदेड़ तक जहाज सेवा चलाई जाती है। इससे बुकिंग नवंबर तो हटा दी गई। ये दिल्ली तो उड़ान भरदी सी ते फिर अमृतसर तो सवेरे 6:50 वजे नांदेड़ साहिब ਲਈ रवाना हुंदी है। इस नाल अमृतसर नांदेड़ विचाले सिर्फ 2.5 घंटे विच दूरी पूरी हो जाती है। G20 विच जुड़े विश्व के मोरी आगुआं ने कार्बन निरपक्षता तक पहुंचण लई मध्य सदी तक समझौता करन दा वादा दोहराया। इस वादे नाल 2 दिन सम्मेलन समाप्त हो गया। इस सम्मेलन राही स्कॉटलैंड के ग्लासगो विच होण वाले वातावरण सम्मेलन लई आधार बनाया गया। G20 आगुआं ने विदेशों विच कोले नाल चलण वाले बिजली उत्पादन लई जनतक वित्त नूं समाप्त करन लई सहमति प्रगटाई, पर कोले दी घरेलू पद्धर ते वरतों ना करन दा कोई टीचा नहीं रखिया। उन्हां कार्बन की निकासी घटाउण ते भी चर्चा की है ते गरीब देशों की मदद करन दे नाल कार्बन निकासी घटाउण लई सुझाव दिते ने। स्कॉटलैंड के शहर ग्लासगो विच ऐतवार तो शुरू हो रहे विश्व पद्धरी जलवायु सम्मेलन दौरान कोप पुलिस ने छापेमारी करके हथियार बरामद किए ने। पुलिस ने गबन विच एक समुद्री जहाज की तलाशी ली, जिस विचों एक पेन नाइफ, एक स्विस जेब टूल, एक हथौड़ा और एक मार्शल आर्ट हथियारों का सेट मिलिया। जानकारी अनुसार एक सुरक्षा कर्मचारी के समान विचों चाकू और बंदूक बरामद करने के बाद पुलिस ने समुद्री जहाज विचों भी हथियार बरामद किए। ग्लासगो विच शुरू हो रहे कोप 26 जलवायु सम्मेलन विच हजारां डेलीगेट शमूलियत कर रहे हैं। सम्मेलन की सफलता लई बरतानिया सरकार वालों हिस्सा ले रहे डेलीगेटां दी आवाजाई लई जीरो एमिशन वालियां इलैक्ट्रिक बसां दी वरतों कीती जावेगी। जीरो एमिशन वालियां ये बसां फर्स्ट बस वालों चलाईयां जांदियां ने ते पूरे चार्ज नाल 160 मील तक की दूरी तय करने की समर्था रखदियां हन। जानकारी अनुसार सम्मेलन ने 22 इलैक्ट्रिक बसां लगातार चलणगियां जो ग्लासगो शहर के केंद्र ते जलवायु कॉन्फ्रेंस स्थान दे विचकार डेलीगेटां दी आवाजाई लई वरतिया जावेगा। गुरुद्वारा गुरु नानक प्रकाश फ्रिजनो वालों श्री गुरु नानक देव जी के प्रकाश पुरब नूं समर्पित नगर कीर्तन होया, जिसकी शुरुआत श्री अखंड पाठ साहिब के भोग उपरंत गुरमत दीवान की समाप्ति बात हुई। गुरु घर विखे हाजर बहुत सारे कीर्तनी जत्थियां अते कथाकारां ने संगतां नूं निरोल गुरबाणी नाल निहाल कीता। गुरु घर दे बाहर नगर कीर्तन विच शामिल संगतां केसरी, नीलियां, हरियां, पीलियां अते होर बहुत रंग दे नजारे पेश करदियां दस्तारां अते दुपट्टियां ने जिवें सारे फ्रिजनो शहर नूं ही खालसाई रंग विच रंग दिता होवे।
ਟਰੱਕਾਂ ਤੇ ਸਜੇ ਹੋਏ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਪੇਸ਼ ਕਰਦੇ ਫਲੋਟਾਂ ਨੇ ਵਿਲੱਖਣ ਨਜ਼ਾਰਾ ਪੇਸ਼ ਕੀਤਾ। ਬੱਚਿਆਂ ਦੇ ਗੱਤਕਾ ਗਰੁੱਪਾਂ ਦੁਆਰਾ ਆਪਣੀ ਇਸ ਕਲਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦੁਕਾਨਦਾਰਾਂ ਵੱਲੋਂ ਅਨੇਕਾਂ ਦੁਕਾਨਾਂ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀਆਂ ਨਜ਼ਰ ਆ ਰਹੀਆਂ ਸਨ। ਲਾਊਡ ਸਪੀਕਰਾਂ ਵਿੱਚ ਗੂੰਜਦੇ ਬੋਲੇ ਸੋਨਿਹਾਲ ਦੇ ਜੈਕਾਰਿਆਂ ਨਾਲ ਜਿਵੇਂ ਆਸਮਾਨ ਗੂੰਜ ਰਿਹਾ ਸੀ। ਨਗਰ ਕੀਰਤਨ ਦੀ ਸ਼ੁਰੂਆਤ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਸਭ ਤੋਂ ਮੋਰੇ ਨਗਾਰਾ, ਫਿਰ ਅਮਰੀਕਨ ਝੰਡਾ, ਕੈਲੀਫੋਰਨੀਆ ਦਾ ਝੰਡਾ ਅਤੇ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਦੁਆਰਾ ਅਗਵਾਈ ਕਰਦੇ ਹੋਏ ਪੰਜ ਪਿਆਰੇ ਕਰ ਰਹੇ ਸਨ। ਖੂਬਸੂਰਤ ਤਰੀਕੇ ਨਾਲ ਸਜੇ ਫਲੋਟ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਿੱਚ ਸੁਸ਼ੋਭਿਤ ਸਨ। ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸੰਗਤਾਂ ਭਾਰੀ ਉਤਸ਼ਾਹ ਨਾਲ ਸ਼ਰਧਾ ਨਾਲ ਪਾਲਕੀ ਸਾਹਿਬ ਦੇ ਪਿੱਛੇ ਪੈਦਲ ਸ਼ਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਜਿਸ ਬਾਅਦ ਵੱਖਰੀਆਂ ਝਾਕੀਆਂ ਰਾਹੀਂ ਸਿੱਖ ਇਤਿਹਾਸ ਦੀ ਅਗਵਾਈ ਕਰਦੇ ਫਲੋਟ ਚੱਲ ਰਹੇ ਸਨ। ਕੈਲੀਫੋਰਨੀਆ ਗੱਤਕਾ ਦਲ ਦੇ ਸਿੰਘਾਂ ਦੇ ਜ਼ਬਰਦਸਤ ਗੱਤਕੇ ਦੇ ਜੌਹਰ ਵੀ ਵੇਖਣਯੋਗ ਸਨ। ਇਸ ਸਮੇਂ ਪੰਜਾਬ ਤੋਂ ਮੰਗਵਾਏ ਟਰੈਕਟਰ ਅਤੇ ਟਰਾਲੀਆਂ ਤੋਂ ਇਲਾਵਾ ਘੋੜਸਵਾਰ ਵੀ ਨਗਰ ਕੀਰਤਨ ਦਾ ਸ਼ਿੰਗਾਰ ਬਣੇ। ਇਸ ਸਮੇਂ ਬਹੁਤ ਸਾਰੀਆਂ ਬੁੱਧੀਜੀਵੀਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਸਮੇਂ ਗੁਰੂ ਘਰ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਅਮਰੀਕਾ ਦੇ ਪੂਰਬੀ ਟੈਕਸਾਸ ਵਿੱਚ ਇੱਕ ਹੈਲੋਇਨ ਪਾਰਟੀ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲਾਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੋਲਾਬਾਰੀ ਸ਼ਨੀਵਾਰ ਦੇਰ ਰਾਤ ਟੈਕਸਾਕਾਨਾ ਵਿੱਚ ਇੱਕ ਸਮਾਗਮ ਵਿੱਚ ਹੋਈ, ਜਿੱਥੇ ਘੱਟੋ-ਘੱਟ ਸੈਂਕੜੇ ਲੋਕ ਸਨ। ਪੁਲਿਸ ਮੁਤਾਬਕ 10 ਲੋਕਾਂ ਨੂੰ ਗੋਲੀਆਂ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹਨਾਂ ਵਿੱਚੋਂ ਇੱਕ 20 ਸਾਲਾ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ ਵਿਅਕਤੀ ਦਾ ਨਾਂ ਨਹੀਂ ਦੱਸਿਆ ਗਿਆ। ਪੁਲਿਸ ਮੁਤਾਬਕ ਬਾਕੀ 9 ਦੀ ਹਾਲਤ ਨਾਜ਼ੁਕ ਨਹੀਂ ਜਾਪਦੀ। ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਿਆ ਕਿਉਂਕਿ ਉਹ ਅਣਪਛਾਤੇ ਵਾਹਨ ਵਿੱਚ ਮੌਕੇ ਤੇ ਫਰਾਰ ਹੋ ਗਿਆ। ਤਾਲਿਬਾਨ ਨੇ ਅਮਰੀਕਾ ਤੇ ਹੋਰ ਆਲਮੀ ਤਾਕਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਸਰਕਾਰ ਨੂੰ ਮਾਨਤਾ ਦੇਣ ਵਿੱਚ ਦੇਰੀ ਨਾ ਕਰਨ। ਚੇਤਾਵਨੀ ਦਿੰਦਿਆਂ ਤਾਲਿਬਾਨ ਨੇ ਕਿਹਾ ਕਿ ਅਜਿਹਾ ਕਰਨ ਵਿੱਚ ਨਾਕਾਮ ਰਹਿਣ ਤੇ ਵੱਡੀ ਸਮੱਸਿਆ ਖੜੀ ਹੋ ਜਾਵੇਗੀ। ਇਸ ਦੇ ਨਤੀਜੇ ਮੁਲਕ ਹੀ ਨਹੀਂ ਪਰ ਪੂਰਾ ਸੰਸਾਰ ਭੁਗਤੇਗਾ। ਕਾਬੁਲ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਤਾਲਿਬਾਨ ਦੇ ਮੰਤਰੀ ਜ਼ਬੀਉल्लाह ਮੁਜ਼ਾਹਿਦ ਨੇ ਕਿਹਾ ਕਿ ਇਸ ਖੇਤਰ ਦੀ ਸਮੱਸਿਆ ਪੂਰੇ ਵਿਸ਼ਵ ਦੀ ਸਮੱਸਿਆ ਬਣ ਸਕਦੀ ਹੈ। ਮੁਜ਼ਾਹਿਦ ਨੇ ਕਿਹਾ ਕਿ ਪਿਛਲੀ ਵਾਰ ਜਦ ਅਮਰੀਕਾ ਤੇ ਤਾਲਿਬਾਨ ਭਿੜੇ ਸਨ ਤਾਂ ਉਸ ਦਾ ਕਾਰਨ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਿਕ ਸੰਬੰਧ ਨਹੀਂ ਸਨ। ਤਾਲਿਬਾਨ ਦੇ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ਕਰਕੇ ਪਹਿਲਾਂ ਜੰਗ ਲੱਗੀ ਸੀ ਉਹਨਾਂ ਨੂੰ ਹੁਣ ਸਿਆਸੀ ਸਮਝੌਤੇ ਤੇ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ। ਮੁਜ਼ਾਹਿਦ ਨੇ ਕਿਹਾ ਕਿ ਮਾਨਤਾ ਲੈਣਾ ਅਫਗਾਨਿਸਤਾਨ ਦੇ ਲੋਕਾਂ ਦਾ ਹੱਕ ਹੈ। ਉਹਨਾਂ ਨੇ ਕਿਹਾ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਅਫਗਾਨਿਸਤਾਨ ਦੀ ਸੰਪਤੀ ਤੇ ਫੰਡ ਜ਼ਬਤ ਹੁੰਦੇ ਰਹਿਣਗੇ। ਇਸੇ ਦੌਰਾਨ ਤਾਲਿਬਾਨ ਦਾ ਸੁਪਰੀਮ ਲੀਡਰ ਮੌਲਵੀ ਹਬਤੁੱਲਾ ਅਖੁੰਜ਼ਾਦਾ ਆਪਣੇ ਸਮਰਥਕਾਂ ਨੂੰ ਕੰਦਾਰ ਸੂਬੇ ਵਿੱਚ ਸੰਬੋਧਨ ਕਰਦਾ ਦੇਖਿਆ ਗਿਆ। ਉਹ ਪਹਿਲੀ ਵਾਰ ਜਨਤਕ ਤੌਰ ਤੇ ਸਾਹਮਣੇ ਆਇਆ। ਉਸਨੇ ਮਦਰਸੇ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਤਾਲਿਬਾਨ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ 10 ਮਿੰਟ ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਰਮਾਤਮਾ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਸ਼ਖਸ ਨਾਲ ਅਜਿਹਾ ਹੀ ਕੁਝ ਹੋਇਆ। ਸ਼ਖਸ ਦੀ ਕਿਸਮਤ ਨੇ ਅਜਿਹੀ ਪਲਟੀ ਕਿ ਉਹ ਇਕੱਠਿਆਂ 20 ਲੋਟਰੀ ਜਿੱਤ ਗਿਆ, ਜਿਸ ਮਗਰੋਂ ਉਸਨੂੰ ਕੁੱਲ ਮਿਲਾ ਕੇ $1 ਲੱਖ ਮਤਲਬ ਤਕਰੀਬਨ 74,91,540 ਰੁਪਏ ਦਾ ਇਨਾਮ ਮਿਲਿਆ। ਅਸਲ ਵਿੱਚ ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਵਿਅਕਤੀ ਨੇ ਇੱਕੋ ਜਿਹੇ 20 ਲੋਟਰੀ ਟਿਕਟ ਖਰੀਦੇ ਸਨ, ਜਿਸ ਮਗਰੋਂ ਹਰ ਟਿਕਟ ਤੇ ਉਹ $5,000 ਜਿੱਤ ਗਿਆ। ਉਸਨੂੰ ਕੁੱਲ 20 ਇਨਾਮ ਮਿਲੇ ਅਤੇ ਉਸਨੇ ਕੁੱਲ $1 ਲੱਖ ਦਾ ਜੈਕਪਾਟ ਜਿੱਤਿਆ। ਅਲੈਗਜ਼ੈਂਡਰੀਆ ਦੇ ਰਹਿਣ ਵਾਲੇ ਲੋਟਰੀ ਜੇਤੂ ਵਿਲੀਅਮ ਨੇਵਲ ਨੇ ਵਰਜੀਨੀਆ ਲੋਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਮ ਤੌਰ ਤੇ ਆਪਣੇ ਲੋਟਰੀ ਟਿਕਟ ਨੇੜਲੇ ਸਟੋਰ ਤੋਂ ਖਰੀਦਦਾ ਸੀ, ਪਰ ਉਸਨੇ ਪਹਿਲੀ ਵਾਰ ਇਹ ਟਿਕਟ ਆਨਲਾਈਨ ਖਰੀਦਣ ਦਾ ਫੈਸਲਾ ਲਿਆ। ਉਸਨੇ 23 ਅਕਤੂਬਰ ਤੋਂ ਦਿਨ ਲਈ ਪਿਕਚਰ ਡਰਾਈਵ ਲਈ 20 ਇੱਕੋ ਜਿਹੀਆਂ ਟਿਕਟਾਂ ਖਰੀਦੀਆਂ। ਨੇਬਲ ਦੇ ਚੁਣੇ ਗਏ ਨੰਬਰ 5411 ਅਧਿਕਾਰੀਆਂ ਵੱਲੋਂ ਤਿਆਰ ਕੀਤੇ ਗਏ ਨੰਬਰਾਂ ਨਾਲ ਮੇਲ ਕਰਕੇ, ਜਿਸ ਨਾਲ ਉਸਨੂੰ ਹਰੇਕ ਟਿਕਟ ਤੇ $5,000 ਦਾ ਇਨਾਮ ਮਿਲਿਆ। ਇਕੱਠੀਆਂ 20 ਲੋਟਰੀਆਂ ਲੱਗਣ ਮਗਰੋਂ ਨੇਵਲ ਨੇ ਕਿਹਾ, ਇਹ ਬਹੁਤ ਚੰਗਾ ਲੱਗਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਜੇਤੂ ਨੇ ਕਿਹਾ ਕਿ ਉਸਨੇ ਆਪਣੀ ਪੁਰਸਕਾਰ ਰਾਸ਼ੀ ਨੂੰ ਖਰਚ ਕਰਨ ਲਈ ਹਾਲੇ ਕੋਈ ਯੋਜਨਾ ਨਹੀਂ ਬਣਾਈ ਹੈ।
ਅਮਰੀਕਾ ਵਿੱਚ ਨਿਊਯਾਰਕ ਦੇ ਬਰੁਕਲਿਨ ਸ਼ਹਿਰ ਵਿੱਚ ਦੁਕਾਨ ਵਿੱਚ ਬੋਤਲ ਬੰਬ ਨਾਲ ਹਮਲੇ ਦਾ ਮਾਮਲਾ ਸਾਹਮਣੇ ਆਇਆ। ਹਮਲੇ ਦੇ ਕਾਰਨ ਦੁਕਾਨ ਦਾ ਜ਼ਿਆਦਾਤਰ ਸਮਾਨ ਸੜ ਕੇ ਰਾਖ ਹੋ ਗਿਆ। ਚੰਗਾ ਇਹ ਰਿਹਾ ਕਿ ਇਸ ਵਿੱਚ ਕਿਸੇ ਵਿਅਕਤੀ ਦੀ ਜਾਨ ਨਹੀਂ ਗਈ। ਹਾਲਾਂਕਿ ਇੱਕ ਵਿਅਕਤੀ ਨੂੰ ਹਲਕੀ ਸੱਟਾਂ ਲੱਗੀਆਂ ਨੇ। ਹਮਲੇ ਦਾ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਦਿਖ ਰਿਹਾ ਕਿ ਬੋਤਲ ਬੰਬ ਨੂੰ ਕਾਫੀ ਤੇਜ਼ੀ ਨਾਲ ਦੁਕਾਨ ਦੇ ਅੰਦਰ ਸੁੱਟਿਆ ਗਿਆ ਤੇ ਕੁਝ ਹੀ ਪਲਾਂ ਵਿੱਚ ਅੱਗ ਲੱਗ ਗਈ। ਚੰਗਾ ਰਿਹਾ ਕਿ ਬੋਤਲ ਕਿਸੇ ਵਿਅਕਤੀ ਨਾਲ ਨਹੀਂ ਟਕਰਾਈ। ਹਮਲੇ ਦੇ ਸਮੇਂ ਦੁਕਾਨ ਵਿੱਚ 2 ਲੋਕ ਸਨ। ਵੀਡੀਓ ਵਿੱਚ ਕਰਮਚਾਰੀ ਅੱਗ ਦੀਆਂ ਲਪਟਾਂ ਦੇ ਵਿੱਚੋਂ ਬਾਹਰ ਨਿਕਲਦੇ ਦਿਖ ਰਹੇ ਨੇ। ਇਸ ਦੌਰਾਨ ਉਹ ਡਿੱਗ ਜਾਂਦਾ ਹੈ ਅਤੇ ਉਸਦੇ ਬੂਟ ਵੀ ਅੱਗ ਲੱਗ ਜਾਂਦੀ ਹੈ, ਲੇਕਿਨ ਇਹ ਅੱਗ ਜਲਦ ਹੀ ਬੁਝ ਜਾਂਦੀ ਹੈ ਅਤੇ ਉਹ ਵਿਅਕਤੀ ਬਾਹਰ ਨਿਕਲ ਜਾਂਦਾ ਹੈ। ਵੀਡੀਓ ਵਿੱਚ ਦੂਜਾ ਵਿਅਕਤੀ ਦੁਕਾਨ ਤੋਂ ਤੇਜ਼ੀ ਨਾਲ ਬਾਹਰ ਨਿਕਲਦਾ ਦਿਖ ਰਿਹਾ ਹੈ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੀ ਪਛਾਣ 38 ਸਾਲਾ ਜੋਇਲ ਮੰਗਲ ਦੇ ਤੌਰ ਤੇ ਹੋਈ। ਮੰਗਲ ਦੇ ਕੋਲ 2 ਬੋਤਲ ਬੰਬ ਸੀ। ਇੱਕ ਬੋਤਲ ਬੰਬ ਦਾ ਉਸਨੇ ਦੁਕਾਨ ਦੇ ਅੰਦਰ ਸੁੱਟਿਆ, ਲੇਕਿਨ ਦੂਜਾ ਸੁੱਟਣ ਦੀ ਕੋਸ਼ਿਸ਼ ਵਿੱਚ ਨਾਕਾਮ ਰਿਹਾ। ਦਰਅਸਲ ਸੜਕ ਤੋਂ ਲੰਘ ਰਿਹਾ ਇੱਕ ਵਿਅਕਤੀ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੰਦਾ ਹੈ ਤੇ ਬੋਤਲ ਬੰਬ ਉੱਥੇ ਹੀ ਫਟ ਜਾਂਦਾ ਹੈ, ਜਿਸ ਨਾਲ ਸੜਕ ਦੇ ਕਿਨਾਰੇ ਖੜੀ ਕਾਰ ਵਿੱਚ ਅੱਗ ਲੱਗ ਜਾਂਦੀ ਹੈ। ਸ਼ਹਿਰ ਦੇ ਕਮਿਸ਼ਨਰ ਨੇ ਦੱਸਿਆ ਕਿ ਹਾਦਸੇ ਤੋਂ 3 ਮਿੰਟ ਦੇ ਅੰਦਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪੁਲਿਸ ਹਮਲਾਵਰ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਹਮਲੇ ਦੇ ਪਿੱਛੇ ਉਸਦੀ ਕੀ ਮਨਸ਼ਾ ਸੀ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਮੰਨਿਆ ਜਾ ਰਿਹਾ ਹੈ ਕਿ ਦੁਕਾਨਦਾਰ ਨਾਲ ਬਹਿਸ ਦੇ ਚਲਦਿਆਂ ਗਾਹਕ ਨੇ ਅਜਿਹਾ ਕੀਤਾ ਹੋਵੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਕੋਵੈਕਸ ਵੈਕਸੀਨ ਸ਼ੇਅਰਿੰਗ ਫੈਸਿਲਿਟੀ ਲਈ ਮਾਡਰਨਾ ਵੈਕਸੀਨ ਦੀਆਂ 10 ਮਿਲੀਅਨ ਖੁਰਾਕਾਂ ਦਾਨ ਕਰੇਗੀ। ਇਸ ਤੋਂ ਇਲਾਵਾ ਅਫਰੀਕਾ ਨੂੰ ਮਾਡਰਨਾ ਵੈਕਸੀਨ ਬਣਾਉਣ ਲਈ $15 ਮਿਲੀਅਨ ਭਾਵ $1.5 ਕਰੋੜ ਦੀ ਵੀ ਵਿੱਤੀ ਮਦਦ ਦਿੱਤੀ ਜਾਵੇਗੀ। G20 ਸੰਮੇਲਨ ਦੇ ਨੇਤਾਵਾਂ ਨਾਲ ਬੈਠਕ ਦੌਰਾਨ ਜਸਟਿਨ ਟਰੂਡੋ ਨੇ ਵੈਕਸੀਨ ਦਾਨ ਕਰਨ ਸੰਬੰਧੀ ਵੇਰਵਾ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਅਗਲੇ ਸਾਲ ਦੇ ਅੰਤ ਤੱਕ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਕੋਵਿਡ ਵੈਕਸੀਨ ਦੀਆਂ ਲਗਭਗ 200 ਮਿਲੀਅਨ ਖੁਰਾਕਾਂ ਦਾਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਕੈਨੇਡਾ ਸਰਕਾਰ ਵਿਸ਼ਵ ਵੈਕਸੀਨ ਸ਼ੇਅਰਿੰਗ ਗੱਠਜੋੜ ਨੂੰ ਦਿੱਤੇ ਜਾ ਰਹੇ ਆਪਣੇ ਵਿੱਤੀ ਯੋਗਦਾਨ ਵਿੱਚ ਹੋਰ ਵਾਧਾ ਕਰੇਗੀ। ਇਸ ਤੋਂ ਪਹਿਲਾਂ ਵੀ ਕੈਨੇਡਾ 40 ਮਿਲੀਅਨ ਖੁਰਾਕਾਂ ਦਾਨ ਕਰਨ ਦਾ ਵਾਅਦਾ ਕਰ ਚੁੱਕਾ ਹੈ। ਕੋਵੈਕਸ ਨੂੰ $500 ਮਿਲੀਅਨ ਨਗਦ ਦਾਨ ਕਰਨ ਸਣੇ ਕੈਨੇਡਾ ਨੇ ਹੁਣ ਤੱਕ ਅੰਦਾਜ਼ਨ ਲਗਭਗ $87 ਮਿਲੀਅਨ ਦਾ ਭੁਗਤਾਨ ਕੀਤਾ ਹੈ। ਕੈਨੇਡਾ ਨੇ ਆਪਣੇ ਸਮਝੌਤੇ ਤਹਿਤ ਹੁਣ ਤੱਕ ਵੈਕਸੀਨ ਦੀਆਂ 3.4 ਮਿਲੀਅਨ ਖੁਰਾਕਾਂ ਸਪਲਾਈ ਕੀਤੀਆਂ ਨੇ। ਪੀਐਮ ਟਰੂਡੋ ਦੇ ਨਾਲ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ G20 ਸੰਮੇਲਨ ਵਿੱਚ ਹਿੱਸਾ ਲੈਣ ਲਈ ਇਟਲੀ ਗਏ ਹੋਏ ਨੇ। ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਉਹਨਾਂ 6 ਮੁਲਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਲੋੜਵੰਦ ਦੇਸ਼ਾਂ ਦੇ ਵਿੱਤੀ ਮਦਦ ਲਈ ਬੀੜਾ ਚੁੱਕਿਆ ਹੋਇਆ ਹੈ ਅਤੇ ਉਸ ਤੇ ਖਰੇ ਵੀ ਉਤਰ ਰਹੇ ਨੇ। ਬ੍ਰਾਜ਼ੀਲ ਦੇ ਮਿਨਸ ਗੇਰੈਂਸ ਰਾਜ ਵਿੱਚ ਬੈਂਕ ਲੁੱਟਣ ਦੀ ਸਾਜ਼ਿਸ਼ ਬਣਾ ਰਹੇ ਇੱਕ ਗਿਰੋਹ ਖਿਲਾਫ ਐਤਵਾਰ ਨੂੰ ਚਲਾਈ ਗਈ ਮੁਹਿੰਮ ਵਿੱਚ ਘੱਟੋ-ਘੱਟ 25 ਸ਼ੱਕੀ ਮਾਰੇ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਨੇ ਆਪਣੇ ਮਾਰੇ ਗਏ ਮੈਂਬਰਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਉਹਨਾਂ ਦੀ ਯਾਦ ਵਿੱਚ ਮਨਾਈ ਜਾਣ ਵਾਲੀ ਆਲ ਸੋਲਸ ਦੀ ਛੁੱਟੀ ਤੇ ਵਿੱਤੀ ਸੰਸਥਾਵਾਂ ਤੇ ਹਮਲਾ ਕਰਨ ਦੀ ਸਾਜ਼ਿਸ਼ ਬਣਾਈ ਸੀ। ਪੁਲਿਸ ਨੇ ਦੱਸਿਆ ਕਿ ਸੰਘੀ ਹਾਈਵੇ ਪੁਲਿਸ ਨਾਲ ਮਿਲ ਕੇ ਚਲਾਈ ਗਈ ਇਸ ਮੁਹਿੰਮ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਵੀ ਜ਼ਬਤ ਕੀਤਾ ਗਿਆ। ਬ੍ਰਾਜ਼ੀਲ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਵੱਡੇ ਪੱਧਰ ਤੇ ਬੈਂਕ ਲੁੱਟਣ ਦੀਆਂ ਘਟਨਾਵਾਂ ਵਧੀਆਂ ਨੇ ਅਤੇ ਕਦੇ-ਕਦੇ ਬੰਦਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਜਾਂਦਾ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ ਦੇਸ਼ ਵਿੱਚ 12,830 ਨਵੇਂ ਕੋਰੋਨਾ ਦੇ ਮਾਮਲੇ ਦਰਜ ਹੋਏ, ਜਦਕਿ 446 ਲੋਕਾਂ ਦੀ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿੱਚ ਇਸ ਦੀ ਜਾਣਕਾਰੀ ਦਿੱਤੀ। ਨਾਲ ਹੀ ਦੱਸਿਆ ਗਿਆ ਹੈ ਕਿ ਇਸ ਜਾਨਲੇਵਾ ਵਾਇਰਸ ਨਾਲ 14,667 ਮਰੀਜ਼ ਵੀ ਠੀਕ ਹੋਏ। ਦੱਸ ਦਈਏ ਕਿ ਪਿਛਲੇ ਇੱਕ ਹਫ਼ਤੇ ਦੇ ਮਾਮਲਿਆਂ ਵਿੱਚ ਉਤਰਾਅ ਚੜ੍ਹਾਅ ਜਾਰੀ ਨੇ। ਹਾਲਾਂਕਿ ਹੁਣ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਹਨ। ਹੁਣ ਤੱਕ ਦੇਸ਼ ਵਿੱਚ ਕੁੱਲ ਐਕਟਿਵ 3,36,55,842 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਨੇ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ 3,36,55,842 ਤੱਕ ਪਹੁੰਚ ਚੁੱਕਾ ਹੈ। ਵਰਤਮਾਨ ਵਿੱਚ ਕੇਰਲ ਭਾਰਤ ਦਾ ਅਜਿਹਾ ਰਾਜ ਹੈ ਜਿੱਥੇ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਰਹੇ ਨੇ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 12,830 ਨਵੇਂ ਸੰਕਰਮਣ ਤੇ 446 ਮੌਤਾਂ ਵਿੱਚੋਂ ਕੇਰਲ ਵਿੱਚ 7,427 ਨਵੇਂ ਕੇਸ ਤੇ 62 ਮੌਤਾਂ ਹੋਈਆਂ। ਪੰਜਾਬ ਵਿੱਚ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਪੰਜਾਬ ਸੂਬੇ ਵਿੱਚ ਹੁਣ ਤੱਕ 16400 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਇਸ ਕਾਰਨ 66 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਅਨੁਸਾਰ ਨਵੰਬਰ ਦੇ ਅੰਤ ਤੱਕ ਡੇਂਗੂ ਦੇ ਕਹਿਰ ਤੋਂ ਰਾਹਤ ਦੇ ਕੋਈ ਅਸਰ ਨਹੀਂ। ਦੇਸ਼ ਵਿੱਚ ਕਰੋਨਾ ਦਾ ਕਹਿਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਸੀ ਕਿ ਹੁਣ ਡੇਂਗੂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਇਨੀ ਦਿਨੀ ਡੇਂਗੂ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਪੰਜਾਬ ਵਿੱਚ ਡੇਂਗੂ ਵੀ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ, ਜਿਸ ਨੇ ਸੂਬੇ ਵਿੱਚ ਪਿਛਲੇ 4 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਵਿੱਚ ਹੁਣ ਤੱਕ ਡੇਂਗੂ ਦੇ 16400 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ, ਜਦਕਿ ਇਸ ਕਾਰਨ 66 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਪਿਛਲੇ 12 ਦਿਨਾਂ ਵਿੱਚ ਡੇਂਗੂ ਦੇ ਮਾਮਲੇ ਦੁੱਗਣੇ ਤੋਂ ਵੀ ਵੱਧ ਹੋ ਗਏ ਨੇ। 19 ਅਕਤੂਬਰ ਤੱਕ ਸੂਬੇ ਵਿੱਚ ਕੁੱਲ 8600 ਮਾਮਲੇ ਸਨ, ਜੋ ਹੁਣ ਵੱਧ ਕੇ 16400 ਹੋ ਗਏ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਭ ਤੋਂ ਖਰਾਬ ਹਾਲਾਤ ਮੋਹਾਲੀ ਦੇ ਹਨ। ਮੋਹਾਲੀ ਵਿੱਚ ਹੁਣ ਤੱਕ 2457 ਡੇਂਗੂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 31 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਬਠਿੰਡਾ ਵਿੱਚ ਡੇਂਗੂ ਦੇ 2063 ਮਾਮਲੇ ਸਾਹਮਣੇ ਆਏ ਅਤੇ 4 ਮਰੀਜ਼ਾਂ ਦੀ ਮੌਤ ਹੋਈ। ਉੱਥੇ ਹੀ ਹੁਸ਼ਿਆਰਪੁਰ ਵਿੱਚ 1465, ਅੰਮ੍ਰਿਤਸਰ ਵਿੱਚ 1461, ਪਠਾਨਕੋਟ ਵਿੱਚ 1434 ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਡੇਂਗੂ ਨੂੰ ਲੈ ਕੇ ਕੁਝ ਵਿਭਾਗਾਂ ਦੁਆਰਾ ਕੀਤੀ ਜਾ ਰਹੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।